ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਣ ਕਰ ਰਹੇ ਸੀ। ਸਵਾਓ ਸਮਾਂ ਹੋਇਆ ਹੈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦਾ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਜੋ ਭੱਟ ਸਾਹਿਬਾਨ ਨੇ ਸਵਈਏ ਉਚਾਰਨ ਕੀਤੇ ਹੈ, 22 ਸਵਈਆਂ ਦੇ ਵਿੱਚੋਂ 10 ਸਵਈਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਇਸ ਤੋਂ ਅੱਗੇ ਭੱਟ ਸਾਹਿਬਾਨ ਅੰਮ੍ਰਿਤਮਈ ਬਾਣੀ ਉਚਾਰ ਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦੇ ਹਨ। ਸੋ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਪਾਵਨ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਤੇ ਨਰ ਦੁਖ ਨਹਿ ਭੁਖ, ਤੇ ਨਰ ਨਿਧਨ ਨਹਿ ਕਹੀਐ। ਸੋ ਇਸ ਪਾਵਨ ਸਵਈਏ ਦੇ ਵਿੱਚ ਭੱਟ ਜਾਲਪ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਕਰਦੇ ਹੈ। ਇਸ ਸਵਈਏ ਦੀ ਅਖੀਰ ਵਾਲੀ ਜੋ ਪਾਵਨ ਤੁਕ ਹੈ, ਸਕਿਆਥ ਤੇ ਨਰ ਜਾਲਪ ਭਣੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹ। ਸੋ ਜੇ ਉਸ ਪੰਕਤੀ ਦੇ ਪਹਿਲਾਂ ਅਖੀਰ ਵਾਲੀ ਪੰਕਤੀ ਦੇ ਅਰਥ ਕਰੀਏ ਤਾਂ ਬਾਕੀ ਪੰਕਤੀਆਂ ਦੇ ਅਰਥ ਸਮਝਣੇ ਬੜੇ ਸਿੱਧੇ ਸਪਸ਼ਟ ਹੋਣਗੇ। ਭੱਟ ਜਾਲਪ ਜੀ ਕਥਨ ਕਰਦੇ ਹੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਉੱਤੇ ਪ੍ਰਸੰਨ ਹੁੰਦੇ ਹੈ, ਗੁਰੂ ਅਮਰਦਾਸ ਜੀ ਤਰੁੱਠਦੇ ਹੈ, ਜਿਨ੍ਹਾਂ ਦੇ ਉੱਤੇ ਖੁਸ਼ ਹੁੰਦੇ ਹੈ। ਤੇ ਨਰ ਦੁੱਖ ਨਹਿ ਭੁੱਖ, ਉਹਨਾਂ ਮਨੁੱਖਾਂ ਨੂੰ ਕੋਈ ਦੁੱਖ ਨਹੀਂ, ਕੋਈ ਭੁੱਖ ਨਹੀਂ ਵਿਆਪਦੀ। ਕਿਹਨਾਂ ਨੂੰ? ਗੁਰ ਅਮਰਦਾਸ ਸੋ ਪ੍ਰਸੰਨ ਜਿਹ, ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ। ਤੇ ਨਰ ਨਿਧਨ ਨਹੁ ਕਹੀਐ, ਤੇ ਉਹ ਮਨੁੱਖ ਨਿਰਧਨ ਕੰਗਾਲ ਗਰੀਬ ਵੀ ਨਹੀਂ ਕਹੇ ਜਾ ਸਕਦੇ, ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਸੰਨਤਾ ਹੁੰਦੀ ਹੈ। ਤੇ ਨਰ ਸ਼ੋਕ ਨ ਹੋਵੈ, ਤੇ ਨਰ ਸੇ ਅੰਤ ਨਾ ਲਹਿਐ। ਤੇ ਨਰ ਸ਼ੋਕ ਨ ਹੋਵੈ, ਉਹਨਾਂ ਮਨੁੱਖਾਂ ਨੂੰ ਕੋਈ ਵੀ ਚਿੰਤਾ, ਕੋਈ ਗਮ ਨਹੀਂ ਵਿਆਪਦਾ, ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੁੰਦੇ ਹੈ। ਤੇ ਨਰ ਸੇ ਅੰਤ ਨਾ ਲਹੀਐ, ਉਹਨਾਂ ਮਨੁੱਖਾਂ ਦਾ ਕਿਸੇ ਪਾਸੋਂ ਵੀ ਅੰਤ ਨਹੀਂ ਪਾਇਆ ਜਾ ਸਕਦਾ, ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਖੁਸ਼ੀ ਹੁੰਦੀ ਹੈ। ਕਿਉਂਕਿ ਸਤਿਗੁਰੂ ਜੀ ਦੀ ਖੁਸ਼ੀ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹੈ, ਵਾਹਿਗੁਰੂ ਦੇ ਵਿੱਚ ਅਭੇਦ ਹੋ ਕੇ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਹੈ। ਫਿਰ ਉਹਨਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਤੇ ਨਰ ਸੇਵ ਨਹਿ ਪਰਹਿ, ਤੇ ਨਰ ਸਹਿਸ ਸਹਿਸ ਮਪਹਿ। ਤੇ ਨਰ ਸੇਵ ਨਹੁ ਕਰਹਿ, ਤੇ ਨਰ ਸਹਿਸ ਸਮਪਹਿ। ਭੱਟ ਜਾਲਪ ਜੀ ਕਥਨ ਕਰਦੇ ਹੈ, ਉਹ ਮਨੁੱਖ ਹੋਰ ਕਿਸੇ ਵੀ ਅਲਪ ਸ਼ਕਤੀਆਂ ਦੀ ਸੇਵਾ ਨਹੀਂ ਕਰਦੇ, ਕਿਸੇ ਦੇਵੀ ਦੇਵਤੇ ਦੀ, ਇੱਕ ਪਰਮ ਪਿਤਾ ਪਰਮਾਤਮਾ ਨੂੰ ਹੀ ਸੇਵਦੇ ਹੈ, ਸਿਮਰਦੇ ਹੈ। ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਖੁਸ਼ ਹੁੰਦੇ ਹੈ, ਉਹ ਪਦਾਰਥਾਂ ਦੀ ਵਡਿਆਈ ਦੀ ਪ੍ਰਾਪਤੀ ਵਾਸਤੇ ਅਲਪ ਸ਼ਕਤੀਆਂ ਨੂੰ ਪੂਜਦੇ ਨਹੀਂ, ਉਹਨਾਂ ਦੀ ਸੇਵਾ ਚਾਕਰੀ ਨਹੀਂ ਕਰਦੇ। ਤੇ ਨਰ ਸਹਿਸ ਸਮਪਹਿ, ਤੇ ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਖੁਸ਼ੀ ਹੈ, ਉਹ ਸੈਂਕੜੇ ਹੀ ਮਨੁੱਖਾਂ ਨੂੰ
ਸਹਿਸ ਹਜ਼ਾਰਾਂ ਹੀ ਪਦਾਰਥ ਜਿਹੜੇ ਨੇ ਉਹ ਅਰਪਣ ਕਰ ਦਿੰਦੇ ਹੈ, ਭਾਵ ਹਜ਼ਾਰਾਂ ਹੀ ਪਦਾਰਥ ਉਹਨਾਂ ਨੂੰ ਬਖਸ਼ ਦਿੰਦੇ ਹਨ। ਤੇ ਨਰ ਦੁਲੀਚੈ ਬਹਿ ਤੇ ਨਰ ਉਥਪ ਬੇਥਪ ਹੈ। ਤੇ ਨਰ ਦੁਲੀਚੈ ਬਹਿ, ਉਹ ਮਨੁੱਖ ਦੁਲੀਚੇ ਤੋਂ ਭਾਵ ਗਲੀਚਿਆਂ ਦੇ ਉੱਤੇ ਬੈਠਦੇ ਹੈ, ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੁੰਦੇ ਹੈ। ਤੇ ਨਰ ਉਥਪ ਬਿਥਪ ਹੈ, ਤੇ ਉਹ ਮਨੁੱਖ ਕਿਸੇ ਨੂੰ ਰਾਜ ਗੱਦੀ ਤੋਂ ਪੁੱਟ ਸਕਦੇ ਹੈ ਤੇ ਕਿਸੇ ਨੂੰ ਰਾਜ ਗੱਦੀ ਦੇ ਉੱਤੇ ਬਿਥਪ ਹੈ ਚੰਗੀ ਤਰ੍ਹਾਂ ਸਥਾਪਿਤ ਕਰ ਸਕਦੇ ਹੈ। ਇੰਨੀ ਸਮਰੱਥਾ ਵਾਲੇ ਹੁੰਦੇ ਹੈ ਉਹ ਮਨੁੱਖ ਜਿਨ੍ਹਾਂ ਦੇ ਉੱਤੇ ਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਹੁੰਦੀ ਹੈ। ਅਥਵਾ ਤੇ ਨਰ ਉਥਪ ਬਿਥਪ ਹੈ, ਜਿਨ੍ਹਾਂ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹਨ, ਖੁਸ਼ ਹਨ। ਉਹ ਮਨੁੱਖ ਆਪਣੇ ਹਿਰਦੇ ਦੇ ਵਿੱਚੋਂ ਔਗਣਾਂ ਨੂੰ ਉਥਪ ਪੁੱਟ ਦਿੰਦੇ ਹੈ ਔਰ ਗੁਣਾਂ ਨੂੰ ਬਿਥਪ ਹੈ ਵਿਸ਼ੇਸ਼ ਕਰਕੇ ਟਿਕਾ ਦਿੰਦੇ ਹੈ, ਅਸਥਾਪਿਤ ਕਰ ਦਿੰਦੇ ਹਨ। ਸੁਖ ਲਹੈ ਤੇ ਨਰ ਸੰਸਾਰ ਮਹਿ ਅਬੈ ਪਟ ਰਿਪ ਮਦ ਤੇ। ਸੁਖ ਲਹਿ ਤੇ ਨਰ ਸੰਸਾਰ ਮਹਿ, ਉਹ ਮਨੁੱਖ ਸੰਸਾਰ ਦੇ ਵਿੱਚ ਸਦੀਵੀ ਸੁੱਖ ਨੂੰ ਮਾਣਦੇ ਹੈ, ਸਦਾ ਹੀ ਆਤਮਿਕ ਸੁੱਖ ਨੂੰ ਉਹ ਪ੍ਰਾਪਤ ਕਰ ਲੈਂਦੇ ਹੈ ਜਿਨ੍ਹਾਂ ਉੱਤੇ ਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਹੁੰਦੀ ਹੈ। ਅਭੈ ਪਟ ਰਿਪ ਮਦ ਤਿਹ, ਤੇ ਉਹ ਅਭੈ ਹੋ ਜਾਂਦੇ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ। ਗੁਰੂ ਅਮਰਦਾਸ ਜੀ ਜਿਨ੍ਹਾਂ 'ਤੇ ਖੁਸ਼ ਹੁੰਦੇ ਹੈ। ਪਟ, ਉਹ ਬੜੇ ਚਤੁਰ ਹੁੰਦੇ ਨੇ। ਰਿਪ ਮਦ ਤਿਹ, ਦੁਸ਼ਮਣ ਵਿੱਚ ਰਹਿੰਦਿਆਂ ਹੋਇਆਂ ਉਹ ਬੜੇ ਚਤੁਰ, ਬੜੇ ਸੁਚੇਤ, ਸਾਵਧਾਨ ਰਹਿੰਦੇ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਨ੍ਹਾਂ 'ਤੇ ਖੁਸ਼ੀ ਪ੍ਰਸੰਨਤਾ ਹੁੰਦੀ ਹੈ, ਨਿਰਭੈਤਾ ਹੁੰਦੀ ਹੈ ਉਹਨਾਂ ਦੇ ਕੋਲ। ਜਿਵੇਂ ਅਸੀਂ ਤਵਾਰੀਖ ਦੇ ਵਿੱਚ ਪੜ੍ਹਦੇ ਹਾਂ, ਕਰੋੜੀ ਮੱਲ ਨੇ ਜਿਹੜੇ ਘੋੜੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਲਿਆਂਦੇ ਸੀ, ਰਸਤੇ ਵਿੱਚ ਹੀ ਲਾਹੌਰ ਦੇ ਨੇੜੇ ਸ਼ਾਹਜਹਾਂ ਉਹਦੀਆਂ ਫੌਜਾਂ ਨੇ ਖੋਹ ਲਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਆ ਕੇ ਦੱਸਿਆ, ਮਹਾਰਾਜ ਨੇ ਕਿਹਾ ਵੀ ਤੁਸੀਂ ਭੇਟ ਕੀਤੇ ਤੇ ਸਾਡੇ ਕੋਲ ਪਹੁੰਚ ਗਏ, ਉਹ ਸਾਡੇ ਹੋਣਗੇ, ਸਾਡੇ ਕੋਲ ਆ ਜਾਣਗੇ। ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਆਪ ਸਭ ਨੂੰ ਪਤਾ ਹੈ ਗਏ। ਪਹਿਲਾ ਘੋੜਾ ਜਿਹੜਾ ਸੀ ਉਹ ਲਿਆਂਦਾ ਘਾਹੀ ਬਣ ਕੇ, ਅਤੇ ਦੂਜਾ ਜਿਹੜਾ ਸੀ ਫਿਰ ਉਹ ਨਜੂਮੀ ਜੋਤਸ਼ੀ ਬਣ ਕੇ ਲੈ ਆਂਦਾ। ਨਿਰਭੈਤਾ ਔਰ ਦੁਸ਼ਮਣ ਵਿੱਚ ਰਹਿੰਦਿਆਂ ਹੋਇਆਂ ਵੀ ਪਟ ਬੜੇ ਚਤੁਰ ਹੁੰਦੇ ਹੈ। ਸਤਿਗੁਰੂ ਜੀ ਦੀ ਜਿਨ੍ਹਾਂ ਦੇ ਉੱਤੇ ਖੁਸ਼ੀ ਹੁੰਦੀ ਹੈ। ਦੋਵੇਂ ਘੋੜੇ ਲੈ ਆਂਦੇ ਸਨ ਬਾਬਾ ਬਿਧੀ ਚੰਦ ਜੀ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਲਿਖਦਿਆਂ ਭੱਟ ਸਾਹਿਬਾਨ ਲਿਖਦੇ ਨੇ, ਸੁਖ ਲਹਿ ਤੇ ਨਰ ਸੰਸਾਰ ਮਹਿ, ਉਹ ਸੰਸਾਰ ਦੇ ਵਿੱਚ ਸਦੀਵੀ ਸੁੱਖ ਨੂੰ ਪਾਉਂਦੇ ਹੈ। ਅਭੈ ਪਟ ਰਿਪ ਮਦ ਤਿਹ, ਅਥਵਾ ਉਹ ਦੁਸ਼ਮਣ ਵਿੱਚ ਰਹਿੰਦਿਆਂ ਹੋਇਆਂ ਨਿਰਭੈਤਾ ਦੇ ਬਸਤਰ ਪਹਿਨ ਕੇ ਰੱਖਦੇ ਹਨ। ਸੁਖਿਆਤ ਤੇ ਨਰ ਜਲ ਭਣੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹੇ। ਭੱਟ ਜਾਲਪ ਜੀ ਕਥਨ ਕਰਦੇ ਹਨ, ਉਹ ਮਨੁੱਖ ਸਕਿਆਥ ਸਫਲ ਹਨ, ਉਹਨਾਂ ਦਾ ਮਨੁੱਖਾ ਜਨਮ ਸਫਲ ਹੈ। ਗੁਰ ਅਮਰਦਾਸ ਸੋ ਪ੍ਰਸੰਨ ਜਿਹ, ਜਿਨ੍ਹਾਂ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹਨ। ਸਤਿਗੁਰੂ ਜੀ ਜਿਨ੍ਹਾਂ ਦੇ ਉੱਤੇ ਖੁਸ਼ੀ ਕਰ ਦਿੰਦੇ ਹੈ, ਤਰੁੱਠ ਪੈਂਦੇ ਹੈ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਤਹਿ ਪੌੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਤੈ ਪੜ੍ਹਿਓ ਇੱਕ ਮਨ ਧਰਿਓ ਇੱਕ, ਇੱਥੇ ਵਿਸ਼ਰਾਮ ਲਾਉਣਾ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਇੱਕ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਪੜ੍ਹਿਆ ਹੈ। ਮਨ ਧਰਿਓ ਇੱਕ, ਅਤੇ ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਆਪਣੇ ਮਨ ਵਿੱਚ ਆਪ ਜੀ ਨੇ ਧਾਰਨ ਕੀਤਾ ਹੈ। ਕਰ ਇੱਕ ਪਛਾਣਿਓ, ਧੰਨ ਗੁਰੂ ਅਮਰਦਾਸ ਮਹਾਰਾਜ ਆਪ ਜੀ ਨੇ ਇੱਕ ਪਰਮਾਤਮਾ ਨੂੰ ਹੀ ਨਿਸ਼ਚੈ ਕਰਕੇ ਪਛਾਣਿਆ ਹੈ। ਨੈਣ ਬੈਣ ਮੋਹਿ ਇੱਕ, ਇੱਕ ਦੋ ਠਾਏ ਨਾ ਜਾਣਿਓ। ਨੈਣ ਬੈਣ ਮੋਹਿ ਇੱਕ ਇੱਕ, ਇੱਥੇ ਦੋਵੇਂ ਜਿਹੜੇ ਇੱਕ ਇੱਕ ਇੱਥੇ ਵਿਸ਼ਰਾਮ ਲਾਉਣਾ ਹੈ, ਕਿਉਂਕਿ ਪਿੱਛੇ ਨੈਣ ਅਤੇ ਬੈਣ ਦੋਹਾਂ ਦਾ ਜ਼ਿਕਰ ਆ ਰਿਹਾ ਹੈ।
ਬਹੁਤ ਲਾਜ਼ਮੀ ਹੈ ਗੁਰਬਾਣੀ ਪੜ੍ਹਨ ਵਾਸਤੇ ਵਿਸ਼ਰਾਮ। ਜੇ ਗਲਤ ਵਿਸ਼ਰਾਮ ਲੱਗੀ ਜਾਣਗੇ ਅਰਥ ਨਹੀਂ ਬਣਦੇ, ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਤਾਈਓ ਤਾਂ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ, ਭਾਈ ਸੰਥਿਆ ਕਰਿਆ ਕਰੋ, ਪੜ੍ਹਿਆ ਕਰੋ। ਫਿਰ ਇੱਦਾਂ ਹੀ ਹੁੰਦਾ, ਵਿਸ਼ਰਾਮ ਨਹੀਂ ਲੱਗਦਾ, ਅਰਥ ਭਾਵ ਨਹੀਂ ਸਪਸ਼ਟ ਹੁੰਦੇ। ਨੈਣ ਬੈਣ ਮੋਹੇ ਇੱਕ ਇੱਕ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਨੈਣ ਆਪ ਜੀ ਨੇ ਨੇਤਰਾਂ ਦੇ ਨਾਲ ਵੀ ਇੱਕ ਵਾਹਿਗੁਰੂ ਪਰਮਾਤਮਾ ਨੂੰ ਦੇਖਿਆ ਹੈ, ਔਰ ਆਪ ਜੀ ਨੇ ਮੁਖ ਦੁਆਰਾ ਬਚਨਾਂ ਦੇ ਨਾਲ ਹੀ ਇੱਕ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਇੱਕ ਨੂੰ ਹੀ ਜਪਿਆ ਹੈ। ਦੋਹ ਠਾਏ ਨਾ ਜਾਣਿਓ। ਔਰ ਲੋਕ ਪਰਲੋਕ ਜਿਹੜੀਆਂ ਦੋਵੇਂ ਥਾਵਾਂ ਨੇ, ਲੋਕ ਪਰਲੋਕ ਦੇ ਵਿੱਚ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਿਆ, ਭਾਵ ਲੋਕ ਪਰਲੋਕ ਵਿੱਚ ਵਾਹਿਗੁਰੂ ਨੂੰ ਵਸਦਾ ਹੋਇਆ ਜਾਣਿਆ ਹੈ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ। ਸੁਪਨ ਇੱਕ, ਸੁਪਨੇ ਵਿੱਚ ਵੀ ਆਪ ਜੀ ਨੇ ਇੱਕ ਪਰਮਾਤਮਾ ਦੇ ਦਰਸ਼ਨ ਕੀਤੇ। ਪ੍ਰਤੱਖ ਇੱਕ, ਔਰ ਜਾਗਰਤ ਦੇ ਵਿੱਚ ਵੀ ਪ੍ਰਤੱਖ ਇੱਕ ਵਾਹਿਗੁਰੂ ਪਰਮਾਤਮਾ ਦੇ ਹੀ ਇਹ ਸਾਰੀ ਖਲਕਤ ਦੇ ਵਿੱਚੋਂ ਆਪ ਜੀ ਨੇ ਦੀਦਾਰ ਕੀਤੇ ਹੈ। ਇਕਸ ਮਹਿ ਲੀਣੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਆਪ ਸਦਾ ਹੀ ਇੱਕ ਪਰਮਾਤਮਾ ਦੇ ਵਿੱਚ ਹੀ ਲੀਨ ਰਹਿੰਦੇ ਹੋ। ਤੀਸ ਇੱਕ ਅਰ ਪੰਜ ਸਿੱਧ 35 ਨਾ ਖੀਣੋ। 30 ਇੱਕ ਅਰ 5 ਸਿੱਧ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਹਰ ਥਾਂ 'ਤੇ ਹੀ ਪਰਮਾਤਮਾ ਨੂੰ ਵਸਦਿਆਂ ਹੋਇਆਂ ਜਾਣਿਆ ਹੈ। 30 ਇੱਕ। ਸੋ ਜੋ 30 ਰੋਜ਼ੇ ਰੱਖਣ ਵਾਲੇ ਹੈ, ਉਹਨਾਂ ਵਿੱਚ ਵੀ ਇੱਕ ਪਰਮਾਤਮਾ ਨੂੰ ਜਾਣਿਆ। ਅਰ 5 ਸਿੱਧ, ਅਤੇ ਜੋ 5 ਵਕਤ ਦੀ ਨਮਾਜ਼ ਅਦਾ ਕਰਨ ਵਾਲੇ ਹੈ, ਉਹਨਾਂ ਵਿੱਚ ਵੀ ਇੱਕ ਪਰਮਾਤਮਾ ਨੂੰ ਹੀ ਪ੍ਰਾਪਤ ਹੋਇਆ ਜਾਣਿਆ ਹੈ। 35 ਨਾ ਖੀਣੋ। ਸੋ ਇਹਨਾਂ 35 ਦੇ ਵਿੱਚ 30 ਰੋਜ਼ੇ ਰੱਖਣ ਵਾਲੇ, 5 ਨਮਾਜ਼ਾਂ ਅਦਾ ਕਰਨ ਵਾਲੇ, ਪੜ੍ਹਨ ਵਾਲੇ, ਸੋ ਇਹਨਾਂ 35 ਦੇ ਵਿੱਚ ਤੁਸੀਂ ਇੱਕ ਪਰਮਾਤਮਾ ਨੂੰ ਹੀ ਵਸਦਾ ਹੋਇਆ ਜਾਣਿਆ, ਨਾ ਖੀਣੋ, ਜਿਹੜਾ ਕਦੇ ਖੀਣ ਨਾਸ਼ ਨਹੀਂ ਹੁੰਦਾ। ਅਥਵਾ 30 ਇੱਕ ਅਰ 5 ਸਿੱਧ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ 30 ਦਿਨ ਅਤੇ 5 ਤੱਤਾਂ ਦੀ ਬਣੀ ਹੋਈ ਇਹ ਸ੍ਰਿਸ਼ਟੀ, 30 ਦਿਨਾਂ ਦੇ ਵਿੱਚ ਵੀ ਆਪ ਨੇ ਇੱਕ ਪਰਮਾਤਮਾ ਨੂੰ ਜਾਣਿਆ ਹੈ। 5 ਤੱਤਾਂ ਦੀ ਬਣੀ ਹੋਈ ਸ੍ਰਿਸ਼ਟੀ, ਇਹਦੇ ਵਿੱਚ ਵੀ ਆਪ ਨੇ ਇੱਕ ਪਰਮਾਤਮਾ ਨੂੰ ਪ੍ਰਾਪਤ ਹੋਇਆ ਜਾਣਿਆ ਹੈ। 35 ਨਾ ਖੀਣੋ। ਅਤੇ ਜਿਹੜੀ ਗੁਰਮੁਖੀ ਹੈ, 35 ਅੱਖਰ ਨੇ ਗੁਰਮੁਖੀ ਦੇ, ਇਹਦੇ ਵਿੱਚ ਵੀ ਪਰਮਾਤਮਾ ਨੂੰ ਆਪ ਨੇ ਵਸਦਾ ਜਾਣਿਆ ਹੈ। ਨਾ ਖੀਣੋ, ਜਿਹੜਾ ਕਦੇ ਵੀ ਖੀਣ ਨਹੀਂ ਹੁੰਦਾ, ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ। ਸੋ ਪੁਰਾਤਨ ਸਨਾਤਨ ਵਿਦਵਾਨ ਇਸ ਤਰ੍ਹਾਂ ਵੀ ਇਸ ਪੰਕਤੀ ਦੇ ਅਰਥ ਕਰਦੇ ਹੈ। ਗੁਰੂ ਅਮਰਦਾਸ ਮਹਾਰਾਜ ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਦਾ ਜ਼ਿਕਰ 30 ਇੱਕ ਅਰ 5 ਸਿੱਧ। 30 ਇੱਕ, 30 ਤੇ 1 31, ਅਤੇ 5 ਸਿੱਧ, 5 ਹੋਰ ਵਿੱਚ ਪ੍ਰਾਪਤ ਕਰ ਲਵੋ। 31 ਤੇ 5 36। 35 ਨਾ ਖੀਣੋ। 36 ਤੇ 35 ਜਿਹੜੇ ਹੈ ਉਹ 71 ਬਣਦੇ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ 71 ਵਰ੍ਹਿਆਂ ਦੀ ਉਮਰ ਵਿੱਚ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਔਰ ਫਿਰ ਬੜੀ ਸਾਵਧਾਨੀ ਦੇ ਨਾਲ ਆਪ ਨੇ ਸੁਚੇਤ ਹੋ ਕਰਕੇ ਸੇਵਾ ਕੀਤੀ। ਆਪ ਬੜੀ ਲਗਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਰਹੇ, ਔਰ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਕਰਦਿਆਂ ਫਿਰ ਇੱਕ ਦਿਨ ਗੁਰਤਾ ਗੱਦੀ ਨੂੰ ਆਪ ਜੀ ਨੇ ਪ੍ਰਾਪਤ ਕੀਤਾ। ਸੋ ਇਸ ਤਰ੍ਹਾਂ 30 ਇੱਕ ਅਰ 5 ਸਿੱਧ 35 ਨਾ ਖੀਣੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਹੀਨੇ ਦੇ 30 ਦਿਨ, 5 ਤੱਤ, 5 ਤੱਤਾਂ ਦੀ ਬਣੀ ਸ੍ਰਿਸ਼ਟੀ, ਇਹਦੇ ਵਿੱਚ ਤੁਸੀਂ ਇੱਕ ਪਰਮਾਤਮਾ ਨੂੰ ਪ੍ਰਾਪਤ ਹੋਇਆ ਜਾਣਿਆ। ਔਰ 35 ਜੋ 35 ਅੱਖਰ ਨੇ ਗੁਰਮੁਖੀ ਦੇ, ਇਹਦੇ ਵਿੱਚ ਵੀ ਪਰਮਾਤਮਾ ਨੂੰ ਜਾਣਿਆ, ਜਿਹੜਾ ਕਦੇ ਵੀ ਖੀਣੋ ਨਾਸ਼ ਨਹੀਂ ਹੁੰਦਾ। ਇੱਕੋ ਜੇ ਲੱਖ ਲੱਖੋ ਲੱਖ ਹੈ, ਇੱਕ ਇੱਕ ਕਰ ਵਰਣਿਓ। ਇੱਕੋ ਜੇ ਲੱਖ,
ਇੱਕ ਜੋ ਪਰਮਾਤਮਾ ਜਿਹੜਾ ਇੱਕ ਆਪਣੇ ਆਪ ਤੋਂ ਲੱਖਾਂ ਰੂਪ ਧਾਰਨ ਕਰ ਲੈਂਦਾ ਹੈ, ਲੱਖੋਂ ਅਲੱਖ ਹੈ ਅਤੇ ਉਹ ਲੱਖਾਂ ਤੋਂ ਵੀ ਅਲੱਖ ਜਾਣਨ ਤੋਂ ਰਹਿਤ ਹੈ। ਲੱਖਾਂ ਮਿਲ ਕੇ ਪੂਰਨ ਤੌਰ 'ਤੇ ਉਹਦਾ ਭੇਦ ਨਹੀਂ ਪਾ ਸਕਦੇ, ਉਸ ਨੂੰ ਜਾਣ ਨਹੀਂ ਸਕਦੇ। ਇੱਕ ਇੱਕ ਕਰ ਵਰਨਿਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਪਰਮਾਤਮਾ ਨੂੰ ਆਪ ਜੀ ਨੇ ਇੱਕ ਕਰਕੇ ਹੀ ਵਰਣਨ ਕੀਤਾ ਹੈ, ਦੋ ਦੀ ਦਵੈਤ ਦੀ ਗੱਲ ਕੀਤੀ ਨਹੀਂ। ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਸਾਨੂੰ ਇੱਕ ਪਰਮਾਤਮਾ ਦੇ ਚਰਨਾਂ ਦੇ ਨਾਲ ਹੀ ਜੋੜਿਆ ਹੈ। ਅਸੀਂ ਸੁਖਮਨੀ ਸਾਹਿਬ ਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਬਾਣੀ ਦੀ ਆਰੰਭਤਾ ਹੀ ਇੱਕ ਓਅੰਕਾਰ ਤੋਂ ਹੁੰਦੀ ਹੈ। ਇੱਕ ਦੇ ਚਰਨਾਂ ਨਾਲ ਸਤਿਗੁਰੂ ਜੀ ਨੇ ਜੋੜਿਆ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਇੱਕ ਪਰਮਾਤਮਾ ਨੂੰ ਆਪ ਜੀ ਨੇ ਇੱਕ ਕਰਕੇ ਹੀ ਵਰਣਨ ਕੀਤਾ ਹੈ। ਗੁਰੇ ਅਮਰਦਾਸ ਜੀ ਪੜ੍ਹੈ ਤੂੰ ਇੱਕ ਲੋੜ ਹੈ ਇੱਕ ਮੰਨਿਓ। ਭੱਟ ਜਾਲਪ ਜੀ ਕਥਨ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਤੁਸੀਂ ਇੱਕ ਨੂੰ ਹੀ ਲੋੜ ਹੈ ਚਾਹੁੰਦੇ ਹੋ ਔਰ ਇੱਕ ਪਰਮਾਤਮਾ ਨੂੰ ਹੀ ਆਪ ਜੀ ਨੇ ਮੰਨਣਾ ਕੀਤਾ ਹੈ। ਜੇ ਗਤਮ ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ। ਸੋ ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ। ਸੋ ਇਸ ਸਵਈਏ ਦੇ ਵਿੱਚ ਭੱਟ ਜਲ ਜੀ ਕਥਨ ਕਰਦੇ ਹੈ, ਜਿਹੜੀ ਮਤ ਭਗਤ ਜੈਦੇਵ ਨੇ ਗ੍ਰਹਿਣ ਕੀਤੀ ਸੀ, ਵਾਹਿਗੁਰੂ ਦੀ ਬੰਦਗੀ ਕਰਨ ਕਰਾਉਣ ਵਾਲੀ ਜਿਹੜੀ ਮਤ ਬੁੱਧ। ਜੇ ਮਤ ਗਹੀ ਜੈਦੇਵ, ਜਿਹੜੀ ਮਤ ਭਗਤ ਜੈਦੇਵ ਨੇ ਗ੍ਰਹਿਣ ਕੀਤੀ ਸੀ। ਜੇ ਮਤ ਨਾਮੈ ਸਮਾਣੀ, ਅਤੇ ਜਿਹੜੀ ਮਤ ਭਗਤ ਨਾਮਦੇਵ ਜੀ ਦੇ ਹਿਰਦੇ ਵਿੱਚ ਸਮਾਈ ਹੋਈ ਸੀ। ਜੇ ਮਤ ਤ੍ਰਿਲੋਚਨ ਚਿਤ ਭਗਤ ਗੰਭੀਰ ਹੈ ਜਾਣੀ। ਜੇ ਮਤ ਤ੍ਰਿਲੋਚਨ ਚਿੱਤ, ਅਤੇ ਜਿਹੜੀ ਮਤ ਭਗਤ ਤ੍ਰਿਲੋਚਨ ਜੀ ਦੇ ਚਿੱਤ ਵਿੱਚ ਵਸੀ ਹੋਈ ਹੈ। ਭਗਤ ਕਬੀਰ ਹੈ ਜਾਣੀ, ਜਿਹੜੀ ਮਤ ਭਗਤ ਕਬੀਰ ਜੀ ਨੇ ਜਾਣੀ ਹੈ, ਜਿਹੜੀ ਮਤ ਰਾਹੀਂ ਭਗਤ ਕਬੀਰ ਜੀ ਨੇ ਪਰਮੇਸ਼ਰ ਨੂੰ ਜਾਣਿਆ ਹੈ। ਰੁਕ ਮਾਂਗਦ ਕਰਤੂਤ ਰਾਮ ਜਪਹੁ ਨਿਤ ਭਾਈ। ਰੁਕ ਮਾਂਗਦ ਕਰਤੂਤ ਰਾਮ ਜਪਹੁ ਨਿਤ ਭਾਈ। ਫਿਰ ਵੇਖੋ ਭਗਤ ਰੁਕ ਮਾਂਗਦ, ਰੁਕ ਮਾਂਗਦ ਇੱਕ ਰਾਜਾ ਹੋਇਆ, ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਜੀ ਦਾ ਭਗਤ ਸੀ, ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਾ ਸੀ। ਸੋ ਇਸ ਦੀ ਕਥਾ ਆਉਂਦੀ ਹੈ, ਇਹਨੇ ਬੜੇ ਸੋਹਣੇ ਸੁੰਦਰ ਬਾਗ ਲਗਾਏ ਸੀ, ਜਿਸ ਨੂੰ ਵੇਖ ਕੇ ਇੰਦਰ ਜਿਹੜਾ ਹੋਰ ਉਹਦੇ ਦਰਬਾਰ ਦੇ ਉਹ ਵੀ ਮੋਹਿਤ ਹੋ ਗਏ। ਫਿਰ ਉਹਦੇ ਬਾਗ ਦੇ ਫੁੱਲ ਤੋੜਨ ਵਾਸਤੇ ਅਪਸ਼ਰਾਵਾਂ ਭੇਜੀਆਂ। ਮਾਲੀ ਜਿਹੜੇ ਸੀ ਉਹ ਹੈਰਾਨ ਹੁੰਦੇ ਸੀ ਵੀ ਫੁੱਲ ਕਿਹੜਾ ਤੋੜ ਕੇ ਲੈ ਗਿਆ। ਜਦੋਂ ਅਖੀਰ ਚੋਰ ਕੋਈ ਨਾ ਫੜਿਆ ਗਿਆ ਤਾਂ ਰਾਜੇ ਰੁਕ ਮਾਂਗਦ ਨੂੰ ਕਿਹਾ ਗਿਆ ਵੀ ਚੋਰ ਫੜਨ ਵਾਸਤੇ ਤੂੰ ਇਉਂ ਕਰ ਵੀ ਚਿੱਟੇ ਬਤਾਊਂ ਲਵਾ ਦੇ, ਅਤੇ ਜਦੋਂ ਉਹਦੇ ਕੰਡੇ ਵੱਜਣਗੇ ਫਿਰ ਚੋਰ ਫੜਿਆ ਜਾਏਗਾ। ਉਸੇ ਤਰ੍ਹਾਂ ਕੀਤਾ ਗਿਆ। ਮਾਲੀਆਂ ਤੋਂ ਬਾਗ ਦੇ ਵਿੱਚ ਚਿੱਟੇ ਬਤਾਊਂ ਲਵਾ ਦਿੱਤੇ। ਜਦੋਂ ਵੱਡੇ ਹੋਏ ਅਪਸ਼ਰਾਵਾਂ ਫੁੱਲ ਤੋੜਨ ਆਈਆਂ ਅਤੇ ਇੱਕ ਅਪਸ਼ਰਾ ਨੂੰ ਕੰਡਾ ਵੱਜਿਆ, ਉਹ ਉੱਥੇ ਹੀ ਬੈਠ ਗਈ। ਲੋਕ ਇਕੱਠੇ ਹੋ ਗਏ। ਅਪਸ਼ਰਾ ਦੇ ਰੂਪ ਨੂੰ ਵੇਖ ਕੇ, ਸੁੰਦਰ ਸਰੂਪ ਨੂੰ ਵੇਖ ਕੇ ਸਾਰੇ ਮੋਹਿਤ ਹੋ ਗਏ। ਰਾਜੇ ਰੁਕ ਮਾਂਗਦ ਨੂੰ ਦੱਸਿਆ ਵੀ ਚੋਰ ਫੜਿਆ ਗਿਆ, ਜਿਵੇਂ ਕਥਾ ਵਿੱਚ ਜ਼ਿਕਰ ਹੈ। ਸੋ ਰਾਜਾ ਰੁਕ ਮਾਂਗਦ ਆਇਆ। ਉਹ ਪ੍ਰੇਮਾ ਭਗਤੀ ਵਿੱਚ ਲੀਨ ਸੀ। ਉਹਨੇ ਆਪਣੇ ਚਿੱਤ ਨੂੰ ਬਿਲਕੁਲ ਨਹੀਂ ਡੋਲਣ ਦਿੱਤਾ। ਕੋਈ ਵਾਸ਼ਨਾ ਨਹੀਂ ਚਿੱਤ ਵਿੱਚ ਆਈ। ਅਪਸ਼ਰਾ ਨੂੰ ਤੱਕ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਸੀ। ਫਿਰ ਰਾਜੇ ਰੁਕ ਮਾਂਗਦ ਨੇ ਕਿਹਾ, ਭਾਈ ਕਿਉਂ ਬਾਗ ਉਜਾੜਦੇ ਹੋ, ਫੁੱਲ ਤੋੜਦੇ ਹੋ? ਉਹ ਅਪਸਰਾ ਨੇ ਕਿਹਾ ਵੀ ਮੇਰਾ ਕੋਈ ਦੋਸ਼ ਨਹੀਂ, ਇੰਦਰ ਜਿਵੇਂ ਭੇਜਦਾ ਅਸੀਂ ਤਾਂ ਉਹਦੇ ਮੁਤਾਬਕ ਹੀ ਆਈਆਂ ਸੀ। ਹੁਣ ਕੰਡਾ ਵੱਜਣ ਕਰਕੇ, ਖੂਨ ਵਹਿਣ ਕਰਕੇ ਉੱਡਣ ਦੀ ਜਾਣ ਦੀ ਸਮਰੱਥਾ ਨਹੀਂ ਰਹੀ। ਤੋ ਰਾਜੇ ਰੁਕ ਮਾਂਗਦ ਨੇ ਪੁੱਛਿਆ, ਹੁਣ ਤੂੰ ਜਾਣਾ ਚਾਹੁੰਦੀ ਹੈ? ਕਹਿੰਦੀ ਹਾਂ। ਜੇ ਕੋਈ ਕਿਸੇ ਨੇ ਇਕਾਦਸ਼ੀ ਦਾ ਵਰਤ ਰੱਖਿਆ ਹੋਵੇ, ਉਹ ਫਲ ਮੈਨੂੰ ਦੇ ਦੇਵੇ, ਮੈਂ ਚਲੀ ਜਾਵਾਂਗੀ।
ਰਾਜਾ ਰੁਕਮਾਂਗਦ ਕਹਿੰਦਾ ਇੱਥੇ ਤੇ ਕੋਈ ਵਰਤ ਰੱਖਣ ਵਾਲਾ ਨਹੀਂ, ਮੈਂ ਵੀ ਵਾਹਿਗੁਰੂ ਦੀ ਬੰਦਗੀ ਹੀ ਕਰਦਾ ਹਾਂ, ਮੇਰੇ ਰਾਜ ਦੇ ਦਰਬਾਰੀ ਜਿਹੜੇ ਉਹ ਵੀ ਬੰਦਗੀ ਕਰਨ ਵਾਲੇ, ਇੱਥੇ ਵਰਤ ਰੱਖਣ ਵਾਲਾ ਕੋਈ ਨਹੀਂ। ਕਹਿੰਦੇ ਫਿਰ ਵੀ ਪਤਾ ਕਰ ਲਓ, ਕੱਲ੍ਹ ਇਕਾਦਸ਼ੀ ਸੀ, ਕਿਸੇ ਨੇ ਭੋਜਨ ਨਾ ਛਕਿਆ ਹੋਵੇ, ਜਿਵੇਂ ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਇਸ ਦਾ ਜ਼ਿਕਰ ਹੈ। ਤੋ ਇੱਕ ਰਾਜੇ ਦੀ ਜਾਣੀ ਸੀ, ਉਹਨੇ ਗੋਲੀ ਨੂੰ ਕੁੱਟਿਆ ਸੀ, ਉਹਨੇ ਭੋਜਨ ਨਹੀਂ ਸੀ ਛਕਿਆ। ਕਹਿੰਦੀ ਉਹ ਸੰਕਲਪ ਕਰ ਦੇਵੇ। ਸੋ ਉਸਨੇ ਸੰਕਲਪ ਕਰ ਦਿੱਤਾ ਅਤੇ ਇਹ ਅਪਸਰਾ ਫਿਰ ਚਲੀ ਗਈ ਸੀ। ਸੋ ਮਹਾਰਾਜ ਨੇ ਰਾਜੇ ਰੁਕਮਾਂਗਦ ਦਾ ਜ਼ਿਕਰ ਕੀਤਾ ਵੀ ਵੇਖੋ ਵਾਹਿਗੁਰੂ ਦੀ ਉਹ ਬੰਦਗੀ ਕਰਨ ਵਾਲਾ ਸੀ, ਕੋਈ ਵਰਤ ਰੱਖਣ ਵਾਲਾ ਨਹੀਂ ਸੀ। ਔਰ ਕਿਵੇਂ ਉਸਨੇ ਆਪਣੇ ਮਨ ਨੂੰ ਕਾਬੂ ਵਿੱਚ ਕੀਤਾ ਹੋਇਆ ਸੀ, ਕੋਈ ਵਾਸ਼ਨਾ ਨਹੀਂ। ਹੋਰ ਲੋਕਾਂ ਦੇ ਮਨਾਂ ਵਿੱਚ ਤਾਂ ਅਪਸਰਾ ਨੂੰ ਤੱਕ ਕੇ ਵਾਸ਼ਨਾ ਇਤਿਆਦਿਕ ਪੈਦਾ ਹੋਈ, ਪਰ ਰਾਜਾ ਰੁਕਮਾਂਗਦ ਵਾਹਿਗੁਰੂ ਦੀ ਬੰਦਗੀ ਭਗਤੀ ਵਿੱਚ ਲੀਨ ਸੀ। ਇਸ ਤਰ੍ਹਾਂ ਭਾਈ ਜਿਵੇਂ ਉਹਦਾ ਆਚਰਣ ਸੀ, ਜਿਵੇਂ ਉਹ ਭਗਤੀ ਦੀ ਕਾਰ ਕਰਦਾ ਸੀ, ਇਸੇ ਤਰ੍ਹਾਂ ਤੁਸੀਂ ਵੀ ਵਾਹਿਗੁਰੂ ਜੀ ਦੀ ਬੰਦਗੀ ਭਗਤੀ ਕਰੋ। ਉਹ ਮਹਾਰਾਜ ਨੇ ਉਗਾਹੀ ਦਿੱਤੀ ਹੈ, ਰੁਕਮਾਂਗਦ ਕਰਤੂਤ ਰਾਮ ਜੰਪਹੁ ਨਿਤ ਭਾਈ। ਸੋ ਰਾਜੇ ਰੁਕਮਾਂਗਦ ਦੀ ਕਰਨੀ ਵੱਲ ਵੇਖੋ, ਉਹ ਆਪ ਜਪਦਾ ਸੀ, ਹੋਰਾਂ ਨੂੰ ਜਪਾਉਂਦਾ ਸੀ, ਸਾਰਿਆਂ ਨੂੰ ਕਹਿੰਦਾ ਸੀ ਹੇ ਭਾਈ, ਹੇ ਭਰਾਵੋ, ਤੁਸੀਂ ਸਾਰੇ ਵਾਹਿਗੁਰੂ ਦਾ ਨਾਮ ਜਪੋ। ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਅੰਬਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਭਗਤ ਅੰਬਰੀਕ ਤੇ ਭਗਤ ਪ੍ਰਹਿਲਾਦ, ਇਹ ਜਿਹੜਾ ਭਗਤ ਅੰਬਰੀਕ ਹੋਇਆ ਇਹ ਵੀ ਸਾਧ ਸੰਗਤ ਰਾਜਾ ਸੀ। ਭਗਤ ਅੰਬਰੀਕ ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰਦਾ ਸੀ, ਇਬਾਦਤ ਕਰਿਆ ਕਰਦਾ ਸੀ। ਸੋ ਇਸ ਭਗਤ ਅੰਬਰੀਕ ਨੇ ਵਾਹਿਗੁਰੂ ਦੀ ਬੰਦਗੀ ਕੀਤੀ। ਇੱਕ ਵਾਰ ਦੁਰਵਾਸਾ ਰਿਸ਼ੀ ਇਹਦੇ ਕੋਲ ਆਇਆ ਔਰ ਭਗਤ ਜੀ ਨੇ ਕਿਹਾ ਵੀ ਭੋਜਨ ਛਕ ਲਵੋ, ਅਤੇ ਜਿਹੜਾ ਦੁਰਵਾਸਾ ਸੀ ਉਹ ਕਹਿੰਦਾ ਵੀ ਠਹਿਰ ਕੇ ਛਕਦੇ ਹਾਂ। ਉਹ ਇਸ਼ਨਾਨ ਕਰਨ ਚਲਿਆ ਗਿਆ ਜਮਨਾ 'ਤੇ, ਜਾਣ ਬੁੱਝ ਕੇ ਦੇਰੀ ਦੇ ਨਾਲ ਆਇਆ। ਆਉਂਦਿਆਂ ਨੂੰ ਭਗਤ ਜੀ ਨੇ ਪ੍ਰਸ਼ਾਦਾ ਛਕ ਲਿਆ ਸੀ। ਦੁਰਵਾਸਾ ਨੇ ਆਪਣਾ ਅਪਮਾਨ ਜਾਣ ਕੇ ਵੀ ਮੈਥੋਂ ਪਹਿਲਾਂ ਹੀ ਛਕ ਲਿਆ, ਸਰਾਪ ਦੇ ਕਰਕੇ ਉੱਥੇ ਆਪਣੀਆਂ ਜਟਾਵਾਂ ਤੋਂ ਇੱਕ ਰਾਖਸ਼ਣੀ ਨੂੰ ਪੈਦਾ ਕੀਤਾ, ਜੋ ਭਗਤ ਅੰਬਰੀਕ ਦੇ ਪਿੱਛੇ ਲਾ ਦਿੱਤੀ ਵੀ ਮਾਰੇ। ਭਗਤ ਨੇ ਭਗਵਾਨ ਦੇ ਚਰਨਾਂ ਵਿੱਚ ਅਰਜ਼ ਕੀਤੀ, ਤਾਂ ਫਿਰ ਭਗਤ ਦੀ ਰੱਖਿਆ ਵਾਸਤੇ ਜਿਹੜਾ ਦੁਰਵਾਸਾ ਸੀ ਨਾ, ਇਹਦੇ ਪਿੱਛੇ ਭਗਵਾਨ ਨੇ ਸੁਦਰਸ਼ਨ ਚੱਕਰ ਲਾ ਦਿੱਤਾ। ਫਿਰ ਇਹ ਬਚਣ ਵਾਸਤੇ ਕਦੇ ਕਿਸੇ ਕੋਲ ਗਿਆ, ਕਦੇ ਕਿਸੇ ਕੋਲ ਗਿਆ, ਤਿੰਨਾਂ ਲੋਕਾਂ ਵਿੱਚ ਦੌੜਦਾ ਰਿਹਾ, ਪਰ ਕਿਤਿਓਂ ਵੀ ਕੋਈ ਵੀ ਇਸ ਨੂੰ ਸੁਦਰਸ਼ਨ ਚੱਕਰ ਤੋਂ ਬਚਾ ਨਾ ਸਕਿਆ। ਅਖੀਰ ਭਗਵਾਨ ਦੇ ਚਰਨਾਂ ਵਿੱਚ ਇਸ ਨੇ ਬੇਨਤੀ ਕੀਤੀ, ਮੇਰੀ ਰੱਖਿਆ ਕਰੋ। ਤਾਂ ਭਗਵਾਨ ਨੇ ਕਿਹਾ ਵੀ ਅੰਬਰੀਕ ਭਗਤ ਦੇ ਦਰ 'ਤੇ ਜਾ, ਉਹ ਤੈਨੂੰ ਬਚਾਵੇਗਾ ਇਸ ਸੁਦਰਸ਼ਨ ਚੱਕਰ ਤੋਂ। ਫਿਰ ਅਖੀਰ ਇਹ ਦੁਰਵਾਸਾ ਜਿਹੜਾ ਸੀ, ਭਗਤ ਅੰਬਰੀਕ ਜੋ ਰਾਜਾ ਸੀ, ਭਗਤੀ ਕਰਦਾ ਸੀ, ਇਹਦੇ ਦਰ 'ਤੇ ਆਇਆ ਅਤੇ ਕ੍ਰੋਧ ਕਰਕੇ ਜੋ ਸਰਾਪ ਦਿੱਤਾ, ਬਚਨ ਕਿਹਾ, ਉਹਦੀ ਮੁਆਫੀ ਮੰਗੀ। ਫਿਰ ਅੰਬਰੀਕ ਭਗਤ ਨੇ ਸੁਦਰਸ਼ਨ ਚੱਕਰ ਤੋਂ ਇਹਦਾ ਖਹਿੜਾ ਛਡਾਇਆ ਸੀ। ਸੋ ਇਹ ਵੀ ਬੰਦਗੀ ਕਰਨ ਵਾਲਾ ਭਗਤ ਸੀ, ਭਗਤ ਅੰਬਰੀਕ। ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਅੰਬਰੀਕ ਕਉ ਦਿਓ ਅਭੈ ਪਦ, ਰਾਜ ਭਵੀਖਨ ਅਧਿਕ ਕਰਿਓ। ਸੋ ਨਿਰਭੈਤਾ ਵਾਲੀ ਪਦਵੀ ਜਿਹੜੀ ਸੀ ਇਸ ਰਾਜੇ ਅੰਬਰੀਕ ਨੂੰ, ਭਗਤ ਅੰਬਰੀਕ ਨੂੰ ਵਾਹਿਗੁਰੂ ਪਰਮਾਤਮਾ ਨੇ ਦਿੱਤੀ ਸੀ। ਸੋ ਉਸ ਦਾ ਜ਼ਿਕਰ ਕਰਦੇ ਨੇ, ਅੰਬਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਸੋ ਰਾਜਾ ਅੰਬਰੀਕ ਜੋ ਭਗਤ ਹੋਇਆ, ਉਸ ਨੇ ਵੀ ਵਾਹਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਕੇ ਮੁਕਤੀ ਪਾਈ, ਅਤੇ ਪ੍ਰਹਿਲਾਦ ਭਗਤ ਵਾਹਿਗੁਰੂ ਜੀ ਦੀ ਸ਼ਰਨ ਗ੍ਰਹਿਣ ਕੀਤੀ, ਨਰਸਿੰਘ ਰੂਪ ਹੋ ਕਰਕੇ ਸੋ ਭਗਤ ਜੀ ਦੀ ਰੱਖਿਆ ਕੀਤੀ ਸੀ। ਸੋ ਇੱਥੇ ਜ਼ਿਕਰ ਕਰਦੇ ਨੇ ਭੱਟ ਜਲ ਜੀ, ਅੰਬਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਭਗਤ ਅੰਬਰੀਕ ਭਗਤ ਪ੍ਰਹਿਲਾਦ ਨੇ ਗੋਬਿੰਦ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰਕੇ ਮੁਕਤੀ ਪ੍ਰਾਪਤ ਕੀਤੀ ਸੀ। ਲੋਭ ਕ੍ਰੋਧ ਜੀ ਸੋ ਮਤ ਜਲ ਜਾਣੀ ਜੁਗਤਾ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਲੋਭ, ਕ੍ਰੋਧ ਅਤੇ ਤ੍ਰਿਸ਼ਨਾ, ਇਹਨਾਂ ਸਾਰਿਆਂ ਔਗਣਾਂ ਨੂੰ ਤਜੀ ਤਿਆਗ ਦਿੱਤਾ।
ਸੁਮਤ ਜਲ ਜਾਣੀ ਜੁਗਤ। ਭੱਟ ਜਲ ਜੀ ਕਹਿੰਦੇ ਹੈ ਸ੍ਰੇਸ਼ਟ ਮਤ ਰਾਹੀਂ ਆਪ ਜੀ ਨੇ ਵਾਹਿਗੁਰੂ ਨੂੰ ਜੁਗਤੀ ਦੇ ਸਹਿਤ ਜੋ ਹੈ ਉਹ ਜਾਣਿਆ ਹੈ। ਵਾਹਿਗੁਰੂ ਪਰਮਾਤਮਾ ਨੂੰ ਜਾਣਨ ਵਾਲੀ ਜਿਹੜੀ ਜੁਗਤੀ ਐਸੀ ਸ੍ਰੇਸ਼ਟ ਮਤ ਆਪ ਜੀ ਨੇ ਧਾਰਨ ਕੀਤੀ ਹੈ, ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ। ਜਿਹੜੀ ਮਤ ਭਗਤ ਜੈਦੇਵ ਨੇ, ਭਗਤ ਨਾਮਦੇਵ, ਭਗਤ ਤ੍ਰਿਲੋਚਨ ਜੀ, ਭਗਤ ਕਬੀਰ ਜੀ ਨੇ ਧਾਰਨ ਕੀਤੀ, ਵਾਹਿਗੁਰੂ ਨੂੰ ਜਾਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਉਸ ਸ੍ਰੇਸ਼ਟ ਮਤ ਰਾਹੀਂ ਤੁਸੀਂ ਮਹਾਰਾਜ ਜੁਗਤੀ ਦੇ ਰਾਹੀਂ ਪਰਮਾਤਮਾ ਨੂੰ ਜਾਣਿਆ। ਲੋਭ, ਕ੍ਰੋਧ, ਤ੍ਰਿਸ਼ਨਾ ਇਤਿਆਦਿਕ ਇਹ ਸਾਰੇ ਆਪ ਜੀ ਨੇ ਤਿਆਗ ਦਿੱਤੇ ਹੈ। ਗੁਰੇ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਪਾਵ ਮੁਕਤ। ਭੱਟ ਜਲ ਜੀ ਕਹਿੰਦੇ ਹਨ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਤੁਹਾਡਾ ਆਪਣਾ ਭਗਤ ਹਾਂ, ਸੱਚੇ ਪਾਤਸ਼ਾਹ ਤੁਹਾਡਾ ਸੇਵਕ ਹਾਂ। ਦੇਖ ਦਰਸ ਪਾਵੋ ਮੁਕਤ, ਤੁਹਾਡੇ ਦਰਸ਼ਨ ਦੇਖ ਕਰਕੇ ਹੀ ਮੈਂ ਮੁਕਤੀ ਪਾਉਂਦਾ ਹਾਂ। ਅਥਵਾ ਦੂਜੇ ਭੱਟਾਂ ਨੂੰ ਸੰਬੋਧਨ ਕਰਕੇ ਕਥਨ ਕਰਦੇ ਹੈ, ਐ ਭੱਟ ਜਨੋ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹਜੂਰ ਦੇ ਦਰਸ਼ਨ ਕਰਕੇ ਮੁਕਤੀ ਨੂੰ ਪਾਉਣਾ ਕਰੋ। ਗੁਰੇ ਅਮਰਦਾਸ ਪਰਸੀ ਹੈ, ਪਹੁਮ ਪਾਤਕ ਬਿਨਸ ਹੈ। ਸੋ ਇਸ ਸਵਈਏ ਦੇ ਵਿੱਚ ਵੀ ਭੱਟ ਜਾਲਪ ਜੀ ਮਹਾਰਾਜ ਦੀ ਸਿਫਤ ਕਰਦੇ ਹੈ। ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਸ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪਰਸਣ ਕਰਕੇ, ਮਹਾਰਾਜ ਦੇ ਚਰਨ ਛੂਹਣ ਕਰਕੇ ਪਹੁਮ ਧਰਤੀ ਦੇ ਪਾਤਕ ਪਾਪ ਵਿਨਾਸ਼ ਹੋ ਜਾਂਦੇ ਹੈ। ਅਥਵਾ ਧਰਤੀ ਦੇ ਭਾਵ ਸਾਰੀ ਸ੍ਰਿਸ਼ਟੀ ਦੇ, ਸ੍ਰਿਸ਼ਟੀ ਇਹਦੇ ਵਿੱਚ ਰਹਿਣ ਵਾਲੇ ਜੀਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਪਰਸ ਕਰਕੇ ਪਾਪਾਂ ਤੋਂ ਮੁਕਤ ਹੋ ਜਾਂਦੇ ਹੈ। ਸਤਿਗੁਰੂ ਜੀ ਨੂੰ ਪਰਸਣ ਕਰਕੇ ਇਸ ਧਰਤੀ ਦੇ ਸ੍ਰਿਸ਼ਟੀ ਦੇ ਪਾਪ ਨਾਸ਼ ਹੋ ਜਾਂਦੇ ਹਨ। ਗੁਰੇ ਅਮਰਦਾਸ ਪਰਸੀ ਹੈ, ਸਿਧ ਸਾਧਕ ਆਸਸ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪਰਸਣਾ ਕਰੋ। ਸਿੱਧ ਲੋਕ, ਸਾਧਨਾ ਕਰਨ ਵਾਲੇ ਸਾਧਕ ਜਗਿਆਸੂ ਸਾਰੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਰਸਣਾ ਕਰਨਾ ਚਾਹੁੰਦੇ ਹੈ। ਗੁਰੇ ਅਮਰਦਾਸ ਪਰਸੀ ਹੈ, ਧਿਆਨ ਲਈਐ ਭਉ ਮੁਕ ਹੈ। ਗੁਰ ਅਮਰਦਾਸ ਪਰਸੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਸਣ ਨਾਲ ਧਿਆਨ ਲਹੀਐ, ਵਾਹਿਗੁਰੂ ਜੀ ਦਾ ਧਿਆਨ ਪ੍ਰਾਪਤ ਹੁੰਦਾ ਹੈ। ਪਉ ਮੁਕੇ, ਅਤੇ ਪਉ ਜਿਹੜੇ ਪੈਂਡੇ ਨੇ, ਪੰਧ ਨੇ, ਆਉਣ ਜਾਣ ਦਾ ਸਫ਼ਰ ਹੈ, ਇਹ ਸਾਰਾ ਮੁੱਕ ਜਾਂਦਾ ਹੈ। ਗੁਰੇ ਅਮਰਦਾਸ ਪਰਸੀ ਹੈ, ਅਭਉ ਲੱਭੈ ਗੁਰ ਚੁੱਕ ਹੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੇ। ਇਹ ਜਿਹੜੇ ਸ਼ਬਦ ਨੇ ਪਿੱਛੇ ਪਿਛਲੀ ਪੰਕਤੀ ਵਿੱਚ ਆਏ, ਪਉ ਮੁੱਕੇ ਅਤੇ ਅੱਗੇ ਗਉ ਚੁੱਕੇ, ਇਹਨਾਂ ਦੇ ਕੱਕੇ ਨੂੰ ਸਿਹਾਰੀ ਹੈ, ਇਸ ਲਈ ਮੁੱਕਹਿ ਨਹੀਂ, ਮੁੱਕੇ ਅਤੇ ਚੁੱਕੇ ਇਸ ਤਰ੍ਹਾਂ ਉਚਾਰਨ ਕਰਨਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਸਪਰਸ਼ ਕਰਨ ਦੇ ਨਾਲ ਨਿਰਭੈ ਪਰਮਾਤਮਾ ਲੱਭ ਜਾਂਦਾ, ਪ੍ਰਾਪਤ ਹੋ ਜਾਂਦਾ ਹੈ। ਗਉ ਚੁੱਕੇ, ਆਪ ਜੀ ਨੂੰ ਸਪਰਸ਼ ਕਰਨ ਦੇ ਨਾਲ ਆਵਾ ਗਾਉਣ ਇਹਦੇ ਚੱਕਰ ਦੂਰ ਹੋ ਜਾਂਦੇ ਹੈ। ਇੱਕ ਬਿਨ ਦੁਗਣ ਜੋ ਤੁਰ ਹੈ, ਜਾਂ ਸਮੰਤਰ ਮਾਨਵੈ ਲਹੈ। ਇੱਕ ਬਿਨ ਦੁਗਣ ਜੋ ਤਉ ਰਹਿ, ਜਾ ਸੁਮੰਤਰ ਮਾਨਵਹਿ ਲਹੈ। ਜਿਹੜੇ ਮਨੁੱਖ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਮੰਤਰ ਸ੍ਰੇਸ਼ਟ ਮੰਤਰ ਉਪਦੇਸ਼ ਨੂੰ ਗ੍ਰਹਿਣ ਕਰ ਲੈਂਦੇ ਹੈ, ਪ੍ਰਾਪਤ ਕਰ ਲੈਂਦੇ ਹੈ। ਇੱਕ ਬਿਨ, ਉਹ ਇੱਕ ਪਰਮਾਤਮਾ ਨੂੰ ਬਿਨ ਦਾ ਅਰਥ ਜਾਣਨਾ, ਉਹ ਇੱਕ ਵਾਹਿਗੁਰੂ ਪਰਮਾਤਮਾ ਨੂੰ ਜਾਣ ਲੈਂਦੇ ਹੈ। ਔਰ ਜਿਹੜੀ ਦੁਐਤ ਹੈ ਉਹ ਤਾਂ ਉਹਨਾਂ ਦੀ ਰਹਿ ਜਾਂਦੀ ਹੈ, ਦੁਐਤ ਦੂਰ ਹੋ ਜਾਂਦੀ ਹੈ ਜਿਹੜੇ ਗੁਰੂ ਦੇ ਮੰਤਰ ਉਪਦੇਸ਼ ਨੂੰ ਪ੍ਰਾਪਤ ਕਰ ਲੈਂਦੇ ਹੈ। ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ। ਭੱਟ ਜਾਲਪ ਜੀ ਕਥਨ ਕਰਦੇ ਹੈ, ਇਹਨੇ ਪਦਾਰਥ ਗੁਰੂ ਅਮਰਦਾਸ ਜੀ ਦੇ ਡਿਠੈ ਦਰਸ਼ਨ ਕਰਨ ਦੇ ਨਾਲ ਪ੍ਰਾਪਤ ਹੋ ਜਾਂਦੇ ਹਨ। ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ। ਸੋ ਅੱਗੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦੇ ਹੈ ਭੱਟ ਕੀਰਤ ਜੀ। ਸੋ ਇਹ ਭੱਟ ਕੀਰਤ ਜੀ ਦਾ ਪਹਿਲਾ ਸਵਈਆ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਆਪ ਜੀ ਆਰੰਭਤਾ ਕਰਦੇ ਹੈ, ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ। ਵੀ ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ, ਕਰਤਾਰ ਦੇ ਨਾਮ ਨੂੰ
ਜਿਹੜਾ ਸਦੀਵੀ ਰਹਿਣ ਵਾਲਾ ਹੈ, ਉਸ ਨੂੰ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਚੰਗੀ ਤਰ੍ਹਾਂ ਦ੍ਰਿੜ ਕੀਤਾ ਹੈ। ਸੰਗ੍ਰਹਿਓ ਭਲੀ ਪ੍ਰਕਾਰ ਮਹਾਰਾਜ ਨੇ ਨਾਮ ਨੂੰ, ਕਰਤਾਰ ਨੂੰ ਹਿਰਦੇ ਵਿੱਚ ਗ੍ਰਹਿਣ ਕੀਤਾ ਹੈ। ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ। ਤਾਤੇ ਅੰਗਦ ਲਹਿਣਾ ਪ੍ਰਗਟ, ਤਾਤੇ ਤੋਂ ਭਾਵ ਤਿਸ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਭਾਈ ਲਹਿਣਾ ਜੀ ਗੁਰੂ ਅੰਗਦ ਰੂਪ ਹੋ ਕਰਕੇ ਪ੍ਰਗਟ ਹੋਏ। ਤਾਸ ਚਰਨ ਹੈ ਲਿਵ ਰਹਿਓ, ਤਿਸ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲਿਵ ਲਾ ਕੇ ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਰਹੇ। ਤਿਤ ਕੁਲ ਗੁਰਬ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ। ਫਿਰ ਉਸੇ ਹੀ ਕੁਲ ਦੇ ਵਿੱਚ ਇਹ ਜਿਹੜੀ ਗੁਰਤਾ ਗੱਦੀ ਦੀ ਕੁਲ ਚੱਲੀ ਹੈ, ਭੱਟ ਜੀ ਉਸ ਦਾ ਜ਼ਿਕਰ ਕਰਦੇ ਹੈ। ਤਿਤ ਕੁਲ ਗੁਰ ਅਮਰਦਾਸ, ਉਸੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਰੂਪੀ ਕੁਲ ਦੇ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਉਪਰੰਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਸਾ ਨਿਵਾਸ, ਆਪਣੇ ਸਿੱਖਾਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ ਹੈ। ਸੱਚੇ ਪਾਤਸ਼ਾਹ ਜੀ ਸਿੱਖਾਂ ਦੀਆਂ ਮੁਰਾਦਾਂ ਨੂੰ ਪੂਰੀਆਂ ਕਰਨ ਵਾਲੇ ਹੈ। ਤਾਸ ਗੁਣ ਕਵਣ ਵਖਾਣੋ, ਤਿਸ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੈਂ ਕਿਹੜੇ ਗੁਣਾਂ ਦਾ ਵਖਿਆਨ ਕਰਾਂ। ਜੋ ਗੁਣ ਲਖ ਅਗਾਮਾ ਤਿਨਹਿ ਗੁਣ ਅੰਤ ਨ ਜਾਣੋ। ਸੋ ਜਿਹੜੇ ਗੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਲੱਖ ਲਖਤਾ ਤੋਂ ਰਹਿਤ ਹਨ, ਅਗੰਮ ਹਨ, ਮਨ ਦੀ ਪਹੁੰਚ ਤੋਂ ਰਹਿਤ ਹਨ। ਤਿਨਹਿ ਗੁਣ ਅੰਤ ਨ ਜਾਣੋ, ਉਹਨਾਂ ਗੁਣਾਂ ਦਾ ਮੈਂ ਕੋਈ ਅੰਤ ਨਹੀਂ ਜਾਣ ਸਕਦਾ। ਅਥਵਾ ਜੋ ਗੁਣ ਅਲੱਖ ਅਗੰਮ, ਅਲੱਖ ਅਗੰਮ ਜੋ ਪਰਮੇਸ਼ਰ ਵਾਹਿਗੁਰੂ ਹੈ, ਜੋ ਉਹਦੇ ਗੁਣ ਨੇ, ਉਹੀ ਗੁਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਹਨ। ਉਹਨਾਂ ਗੁਣਾਂ ਦਾ ਮੈਂ ਅੰਤ ਨਹੀਂ ਪਾ ਸਕਦਾ, ਅੰਤ ਨਹੀਂ ਜਾਣ ਸਕਦਾ। ਮੋਹਿਤੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਦਰਣਾ। ਵਾਹਿਗੁਰੂ ਵਿਧਾਤੇ ਪਰਮਾਤਮਾ ਨੇ ਸਾਰੀ ਸੰਗਤ, ਸਾਰੀ ਸ੍ਰਿਸ਼ਟੀ ਦੇ ਉਧਾਰ ਵਾਸਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰੂਪ ਜਹਾਜ਼ ਨਿਰਮਯੋ ਬਣਾਇਆ, ਪੈਦਾ ਕੀਤਾ। ਭਾਵ ਗੁਰੂ ਸਾਹਿਬ ਜੀ ਜਹਾਜ਼ ਦੀ ਨਿਆਈ, ਜਹਾਜ਼ ਹਨ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ। ਗੁਰੂ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋਪਾ ਸ਼ਰਨ। ਭੱਟ ਕੀਰਤ ਜੀ ਕਥਨ ਕਰਦੇ ਨੇ, ਗੁਰ ਅਮਰਦਾਸ ਕੀਰਤ ਕਹਿ, ਇਹ ਕੀਰਤ ਭੱਟ ਦਾ ਨਾਮ ਹੈ। ਭੱਟ ਕੀਰਤ ਜੀ ਕਥਨ ਕਰਦੇ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤੋ ਪਾ ਸਰਣ, ਆਪ ਜੀ ਦੀ ਸ਼ਰਨ ਵਿਖੇ ਮੈਂ ਪਿਆ ਹਾਂ। ਆਪ ਜੀ ਕਿਰਪਾ ਕਰੋ ਤਰਾਹੇ ਤਰਾਹੇ, ਭਾਵ ਰੱਖਿਆ ਕਰੋ, ਰੱਖਿਆ ਕਰੋ। ਮਹਾਰਾਜ ਆਪ ਪਾਪਾਂ ਤੋਂ, ਵਿਕਾਰਾਂ ਤੋਂ ਮੈਨੂੰ ਬਚਾ ਲੈਣਾ ਕਰੋ। ਇਹ ਪਾਪ ਵਿਕਾਰ, ਇਹਨਾਂ ਤੋਂ ਮੇਰਾ ਪਾਰ ਉਤਾਰਾ ਹੋ ਜਾਵੇ। ਆਪ ਹੀ ਮੇਰੀ ਰੱਖਿਆ ਕਰੋ, ਜਿਵੇਂ ਆਪ ਭਗਤ ਜਨਾਂ ਦੀ, ਗੁਰਸਿੱਖਾਂ ਦੀ ਰੱਖਿਆ ਕਰਦੇ ਆਏ, ਇਸ ਤਰ੍ਹਾਂ ਆਪ ਜੀ ਮੇਰੀ ਰੱਖਿਆ ਕਰੋ। ਸੋ ਭੱਟ ਕੀਰਤ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਹੈ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਕੋਈ ਰੱਖਿਆ ਕਰਨ ਵਾਲਾ ਨਹੀਂ, ਕੋਈ ਬਾਂਹ ਫੜਨ ਵਾਲਾ ਨਹੀਂ, ਤੁਸੀਂ ਹੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਸੋ ਇਸ ਪ੍ਰਕਾਰ ਭੱਟ ਸਾਹਿਬਾਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਕਰਦੇ ਹੈ। ਸੋ ਇੱਥੋਂ ਤੱਕ 15 ਸਵਈਆਂ ਦੀ ਵਿਚਾਰ ਹੋਈ ਹੈ, ਜੋ ਸਵਈਏ ਮਹੱਲੇ ਤੀਜੇ ਕੇ ਹਨ। ਮਹਾਰਾਜ ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ 22 ਸਵਈਏ ਨੇ ਕੁੱਲ, ਜਿਹਦੇ ਵਿੱਚ ਇੱਥੋਂ ਤੱਕ 15 ਸਵਈਆਂ ਦੀ ਵਿਚਾਰ ਹੋਈ ਹੈ। ਭੁੱਲਾਂ ਦੀ ਮੁਆਫੀ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਨ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬਹੁਤੋ ਵਿਧਾਤੈ ਨਿਰਮਯੋ ਸਭ ਸੰਗਤ ਕਲ ਉਦਰਣਾ। ਗੁਰੂ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋਪਾ ਸ਼ਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।